ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 76 ਤੋਂ 78 ਤੱਕ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਪਹਿਲਾਂ ਬਾਣੀ ਸ੍ਰੀ ਰਾਗ ਦੇ ਵਿੱਚ ਹੀ ਚੱਲ ਰਹੀ ਹੈ। ਪਹਿਲਾਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਬਾਣੀ ਹੈ, ਫਿਰ ਗੁਰੂ ਅਰਜਨ ਪਾਤਸ਼ਾਹ ਜੀ ਦੀ ਬਾਣੀ ਹੈ। ਜਿਸ ਤਰ੍ਹਾਂ ਕੱਲ੍ਹ ਆਪਾਂ ਬਾਣੀ ਦਾ ਸਿਰਲੇਖ ਹੈ ਪਹਿਰੇ। ਜਿਸ ਤਰ੍ਹਾਂ ਕੱਲ੍ਹ ਆਪਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਪਹਿਰੇ ਬਾਰੇ ਦੀ ਵਿਚਾਰ ਕੀਤੀ ਸੀ। ਅਤੇ ਇਸ ਤਰ੍ਹਾਂ ਹੀ ਉਹੀ ਮਤਲਬ ਵਿਸ਼ਾ ਚੱਲ ਰਿਹਾ ਕਿ ਜ਼ਿੰਦਗੀ ਦੇ ਵਿੱਚ ਮਤਲਬ ਜੀਵ ਦੇ ਜਿਹੜੀ ਹੈਗੀ ਆ ਜੀਵਨ ਦੇ ਜਿਹੜੇ 4 ਪਹਿਰਿਆਂ ਦੇ ਵਿੱਚ ਉਹਨੂੰ ਵੰਡ ਕੇ ਦੱਸਿਆ ਗਿਆ ਕਿ ਕਿਸ ਤਰ੍ਹਾਂ ਮਤਲਬ ਜੀਵ ਆਪਣੇ ਜੀਵਨ ਦੇ ਵਿੱਚ ਕੀ ਕਰਮ ਕਰਦੇ ਨੇ ਉਸ ਟਾਈਮ ਦੇ ਦੌਰਾਨ, ਅਤੇ ਕਰਨਾ ਕੀ ਚਾਹੀਦਾ, ਇਸ ਬਾਰੇ ਪਾਤਸ਼ਾਹ ਨੇ ਦੱਸਿਆ। ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ, ਫਿਰ ਗੁਰੂ ਰਾਮਦਾਸ ਜੀ ਨੇ, ਫਿਰ ਗੁਰੂ ਅਰਜਨ ਪਾਤਸ਼ਾਹ ਜੀ ਨੇ। ਆਓ ਜੀ ਸਾਂਝ ਪਾਈਏ। ਸ੍ਰੀ ਰਾਗ ਮਹੱਲਾ ਚੌਥਾ। ਪਹਿਲੇ ਪਹਿਰੇ ਰੈਣ ਕੈ ਵਣਜਾਰਿਆ ਮਿੱਤਰਾ, ਹਰ ਪਾਇਆ ਉਦਰ ਮੰਝਾਰ। ਹਰ ਧਿਆਵੈ ਹਰ ਉਚਰੈ ਵਣਜਾਰਿਆ ਮਿੱਤਰਾ, ਹਰ ਹਰ ਨਾਮ ਸਮਾਰ। ਹਰ ਹਰ ਨਾਮ ਜਪੇ ਆਰਾਧੇ, ਵਿੱਚ ਅਗਨੀ ਹਰ ਜਪ ਜੀਵਿਆ। ਬਾਹਰ ਜਨਮ ਭਿਆ ਮੁਖ ਲਾਗਾ, ਸਰਸੇ ਪਿਤਾ ਮਾਤ ਥੀਵਿਆ। ਹਾਂਜੀ ਸੰਗਤ ਜੀ, ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਜੀਵਨ ਦੇ ਪਹਿਲੇ ਪਹਿਰ ਦੇ ਵਿੱਚ ਜੀਵ ਦਾ ਨਿਵਾਸ ਮਾਤਾ ਦੇ ਉਦਰ ਦੇ ਵਿੱਚ, ਪੇਟ ਦੇ ਵਿੱਚ ਹੁੰਦਾ ਨਿਵਾਸ ਪਹਿਲੇ ਪਹਿਰ ਦੇ ਵਿੱਚ। ਅਤੇ ਉੱਥੇ ਜੀਵ ਪਰਮਾਤਮਾ ਨੂੰ ਧਿਆਉਂਦਾ, ਪਰਮਾਤਮਾ ਦਾ ਨਾਮ ਲੈਂਦਾ, ਪਰਮਾਤਮਾ ਦਾ ਨਾਮ ਆਪਣੇ ਹਿਰਦੇ 'ਚ ਸੰਭਾਲ ਕੇ ਰੱਖਦਾ। ਫਿਰ ਕੀ ਕਹਿੰਦੇ ਵੀ ਉਹ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਫਿਰ ਜਿਹੜੀ ਮਾਤਾ ਦੇ ਗਰਭ ਦੀ ਅੰਦਰ ਜਠਨ ਅਗਨੀ ਜਿਹਨੂੰ ਕਹਿੰਦੇ ਨੇ, ਜਠਰ ਅਗਨੀ, ਉਹਦੇ ਵਿੱਚ ਕਹਿੰਦੇ ਫਿਰ ਜੀਂਦਾ ਰਹਿੰਦਾ ਕਿ ਪਰਮਾਤਮਾ ਦਾ ਨਾਂ ਲੈਂਦਾ ਨਾ, ਫਿਰ ਉਹਦੇ ਵਿੱਚ ਉਹਦਾ ਬਚਾਅ ਹੋਇਆ ਰਹਿੰਦਾ। ਫਿਰ ਕਹਿੰਦੇ ਜਦੋਂ ਬਾਹਰ ਆਉਂਦਾ, ਜਨਮ ਲੈਂਦਾ ਬੱਚਾ, ਫਿਰ ਕਹਿੰਦੇ ਮਾਤਾ ਪਿਤਾ ਦੇ ਮੂੰਹ ਲੱਗਦਾ, ਅਤੇ ਮਾਤਾ ਪਿਤਾ ਕਹਿੰਦੇ ਫਿਰ ਬੱਚੇ ਨੂੰ ਦੇਖ ਕੇ ਖੁਸ਼ ਹੁੰਦੇ ਨੇ। ਜਿਸ ਕੀ ਵਸਤ ਤਿਸ ਚੇਤੋ ਪ੍ਰਾਣੀ, ਕਰ ਹਿਰਦੈ ਗੁਰਮੁਖ ਵਿਚਾਰ। ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ, ਹਰ ਜਪੀਐ ਕਿਰਪਾ ਧਾਰ। ਹਾਂਜੀ, ਫਿਰ ਪਾਤਸ਼ਾਹ ਕਹਿੰਦੇ ਨੇ ਹੇ ਪ੍ਰਾਣੀ, ਕਹਿੰਦੇ ਵੀ ਜਿਹਦੀ ਇਹ ਵਸਤ ਬੱਚਾ, ਵੀ ਤੂੰ ਉਹਨੂੰ ਚੇਤੇ ਕਰ, ਵੀ ਗੁਰੂ ਦੇ ਸਨਮੁਖ ਹੋ ਕੇ ਵਿਚਾਰ ਕਰ ਕਿ ਵੀ ਤੂੰ ਜਿਸ ਨੇ ਤੈਨੂੰ ਇਹ ਵਸਤੂ ਦਿੱਤੀ ਹੈ ਬੱਚਾ, ਵੀ ਤੂੰ ਉਹਨੂੰ ਵੀ ਚੇਤੇ ਰੱਖ, ਪਰਮਾਤਮਾ ਨੂੰ। ਫਿਰ ਕਹਿੰਦੇ ਵੀ ਜੇ ਪਰਮਾਤਮਾ ਕਿਰਪਾ ਕਰੇ ਤਾਂ ਜੀਵਨ ਦੇ ਪਹਿਲੇ ਪਹਿਰੇ ਹੀ ਪਰਮਾਤਮਾ ਨੂੰ ਜਪਿਆ ਜਾ ਸਕਦਾ। ਦੂਜੇ ਪਹਿਰੇ ਰੈਣ ਕੈ ਵਣਜਾਰਿਆ ਮਿੱਤਰਾ, ਮਨ ਲਾਗਾ ਦੂਜੈ ਪਾਏ। ਮੇਰਾ ਮੇਰਾ ਕਰ ਪਾਲੀਐ ਵਣਜਾਰਿਆ ਮਿੱਤਰਾ, ਲੈ ਮਾਤ ਪਿਤਾ ਗਲ ਲਾਏ। ਕਹਿੰਦੇ ਫਿਰ ਜ਼ਿੰਦਗੀ ਦੇ ਦੂਜੇ ਪਹਿਰ ਕਹਿੰਦੇ ਫਿਰ ਕੀ ਹੁੰਦਾ, ਕਹਿੰਦੇ ਵੀ ਜੀਵ ਦਾ ਜਿਹੜਾ ਹੁੰਦਾ ਮਨ ਵੀ ਪਰਮਾਤਮਾ ਨੂੰ ਛੱਡ ਕੇ ਦੂਜੇ ਪਿਆਰ ਵਿੱਚ ਲੱਗ ਜਾਂਦਾ। ਫਿਰ ਕਹਿੰਦੇ ਜਿਹੜੇ ਮਾਤਾ ਪਿਤਾ ਨੇ ਉਹ ਵੀ ਮਤਲਬ ਬੱਚੇ ਨੂੰ ਮੇਰਾ ਮੇਰਾ ਕਰਕੇ ਪਾਲਦੇ ਨੇ, ਗਲ ਨਾਲ ਲਾ ਕੇ ਰੱਖਦੇ ਨੇ। ਲਾਵੈ ਮਾਤ ਪਿਤਾ ਸਦਾ ਗਲ ਸੇਤੀ, ਮਨ ਜਾਣੈ ਖੱਟ ਖਵਾਏ। ਜੋ ਦੇਵੈ ਤਿਸੈ ਜਾਣੇ ਨਾ ਮੂੜਾ, ਦਿੱਤੇ ਨੂੰ ਲਪਟਾਏ। ਕਹਿੰਦੇ ਮਾਤਾ ਪਿਤਾ ਵੀ ਆਪਣੇ ਬੱਚੇ ਨੂੰ, ਪੁੱਤਰ ਨੂੰ ਗਲ ਨਾਲ ਲਾ ਕੇ ਰੱਖਦੇ ਨੇ। ਕਹਿੰਦੇ ਵੀ ਸੋਚਦੇ ਨੇ ਵੀ ਬੁਢਾਪੇ ਦੇ ਵੇਲੇ ਸਾਨੂੰ ਇਹ ਖੱਟੀ ਕਰਕੇ ਵੀ ਸਾਨੂੰ ਮਤਲਬ ਖਵਾਏਗਾ ਨਾ। ਫਿਰ ਕਹਿੰਦੇ ਵੀ ਹੇ ਮੂੜੇ, ਵੀ ਤੂੰ ਮੂਰਖ ਜੀਵ, ਵੀ ਜਿਹਨੇ ਤੈਨੂੰ ਦਿੱਤਾ ਵੀ ਤੂੰ ਉਹਨੂੰ ਤਾਂ ਯਾਦ ਨਹੀਂ ਰੱਖਦਾ ਹੈਗਾ, ਵੀ ਜਿਹੜਾ ਦਿੱਤੀ ਹੋਈ ਚੀਜ਼ ਆ ਤੂੰ ਉਹਦੇ ਨਾਲ ਲਿਪਟਦਾ, ਉਹਦੇ ਨਾਲ ਪਿਆਰ ਕਰਦਾ। ਕੋਈ ਗੁਰਮੁਖ ਹੋਵੈ ਸੋ ਕਰੈ ਵਿਚਾਰ, ਹਰ ਧਿਆਵੈ ਮਨ ਲਿਵ ਲਾਏ।
ਕਹੋ ਨਾਨਕ ਦੂਜੇ ਪਹਿਰੇ ਪ੍ਰਾਣੀ, ਤਿਸ ਕਾਲ ਨ ਕਬਹੂ ਖਾਏ। ਫਿਰ ਕਹਿੰਦੇ ਕੋਈ ਗੁਰਮੁਖ ਹੋਵੇ, ਜੋ ਗੁਰੂ ਦੇ ਸਨਮੁਖ ਹੋਵੇ ਤੇ ਉਹ ਵਿਚਾਰ ਕਰੇ ਤੇ ਫਿਰ ਕਹਿੰਦੇ ਉਹ ਪਰਮਾਤਮਾ ਨੂੰ ਧਿਆਵੇ ਤੇ ਪਰਮਾਤਮਾ ਵਿੱਚ ਸੁਰਤ ਲਾ ਕੇ ਰੱਖੇ। ਕਹਿੰਦੇ ਫਿਰ ਦੂਜੇ ਪਹਿਰ ਕਹਿੰਦੇ ਵੀ ਉਸ ਪ੍ਰਾਣੀ ਨੂੰ ਕਹਿੰਦੇ ਵੀ ਜਿਹੜੀ ਆਤਮਿਕ ਆਤਮਿਕ ਜਿਹੜੀ ਮੌਤ ਆ ਫਿਰ ਉਹ ਕਦੇ ਨਹੀਂ ਆਉਂਦੀ ਹੈਗੀ, ਜੋ ਪਰਮਾਤਮਾ ਦੇ ਨਾਲ ਚਿੱਤ ਲਾ ਕੇ ਰੱਖਦਾ। ਤੀਜੇ ਪਹਿਰੇ ਰੈਣ ਕੇ ਵਣਜਾਰੇ ਮਿੱਤਰਾ, ਮਨ ਲੱਗਾ ਆਲ ਜੰਜਾਲ। ਧਨ ਚਿਤਵੈ ਧਨ ਸੰਚਵੈ, ਵਣਜਾਰੇ ਮਿੱਤਰਾ, ਹਰ ਨਾਮਾ ਹਰ ਨਾ ਸਮਾਲ। ਫਿਰ ਕਹਿੰਦੇ ਇਸ ਜ਼ਿੰਦਗੀ ਰੂਪੀ ਜਿਹੜੀ ਰਾਤ ਆ ਕਹਿੰਦੇ ਇਹਦੇ ਤੀਜੇ ਪਹਿਰ ਦੇ ਵਿੱਚ ਕਹਿੰਦੇ ਜੀਵ ਦਾ ਮਨ ਘਰ ਦੇ ਮੋਹ ਵਿੱਚ, ਹੋਰ ਕਹਿੰਦੇ ਦੁਨੀਆ ਦੇ ਕੰਮ ਧੰਦਿਆਂ ਵਿੱਚ ਲੱਗ ਜਾਂਦਾ। ਫਿਰ ਕਹਿੰਦੇ ਉਹ ਧਨ ਹੀ ਆਪਣੇ ਮਨ ਦੇ ਵਿੱਚ ਚਿਤਵਦਾ ਤੇ ਧਨ ਹੀ ਇਕੱਠਾ ਕਰਦਾ ਤੇ ਪਰਮਾਤਮਾ ਦੇ ਨਾਂ ਨੂੰ ਆਪਣੇ ਹਿਰਦੇ ਵਿੱਚ ਨਹੀਂ ਸੰਭਾਲਦਾ। ਹਰ ਨਾਮਾ ਹਰ ਕਦੇ ਨਾ ਸੰਭਾਲੈ, ਜੇ ਹੋਵੇ ਅੰਤ ਸਖਾਈ। ਇਹ ਧਨ ਸੰਪੈ ਮਾਇਆ ਝੂਠੀ, ਅੰਤ ਛੋੜ ਚਲਿਆ ਪਛੁਤਾਈ। ਕਹਿੰਦੇ ਉਹ ਜੀਵ ਹਰੀ ਦੇ ਨਾਮ ਨੂੰ ਆਪਣੇ ਦਿਲ ਦੇ ਵਿੱਚ, ਆਪਣੇ ਹਿਰਦੇ ਦੇ ਵਿੱਚ ਕਦੇ ਵੀ ਨਹੀਂ ਸੰਭਾਲਦਾ, ਕਦੇ ਵੀ ਨਹੀਂ ਉਹਨੂੰ ਕਹਿੰਦੇ ਇਕੱਠਾ ਕਰਦਾ ਤੇ ਨਾ ਆਪਣੇ ਹਿਰਦੇ ਦੇ ਵਿੱਚ ਟਿਕਾਉਂਦਾ। ਕਹਿੰਦੇ ਇਹੀ ਆ ਵੀ ਜੋ ਅੰਤ ਵੇਲੇ ਜੀਵ ਦੇ ਸਖਾਈ ਹੁੰਦਾ, ਜੀਵ ਦਾ ਮਿੱਤਰ ਬਣਦਾ। ਕਹਿੰਦੇ ਵੀ ਇਹ ਜਿਹੜੀ ਝੂਠੀ ਮਾਇਆ ਉਹਨੂੰ ਇਕੱਠੀ ਕਰਦਾ, ਉਹ ਮਾਇਆ ਜਿਹੜੀ ਇੱਥੇ ਪਿੱਛੇ ਹੀ ਛੱਡ ਜਾਣੀ ਆ ਤੇ ਫਿਰ ਪਛਤਾਉਂਦਾ। ਜਿਸਨੋਂ ਕਿਰਪਾ ਕਰੇ ਗੁਰ ਮੇਲੇ, ਸੋ ਹਰ ਹਰ ਨਾਮ ਸਮਾਲ। ਕਹੋ ਨਾਨਕ ਤੀਜੈ ਪਹਿਰੇ ਪ੍ਰਾਣੀ, ਸੇ ਜਾਏ ਮਿਲੇ ਹਰ ਨਾਲ। ਕਹਿੰਦੇ ਵੀ ਜਿਹਦੇ ਉੱਤੇ ਪਰਮਾਤਮਾ ਕਿਰਪਾ ਕਰਕੇ ਗੁਰੂ ਮਿਲਾ ਦਿੰਦਾ ਤਾਂ ਕਹਿੰਦੇ ਉਹ ਜੀਵ ਆਪਣੇ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਟਿਕਾਈ ਰੱਖਦਾ। ਤੇ ਕਹਿੰਦੇ ਫਿਰ ਤੀਜੇ ਪਹਿਰ ਗੁਰੂ ਨਾਨਕ ਜੀ ਕਹਿੰਦੇ ਵੀ ਜੇ ਤੀਜੇ ਪਹਿਰ ਜੋ ਪ੍ਰਾਣੀ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਟਿਕਾ ਕੇ ਰੱਖਦਾ, ਫਿਰ ਉਹਦਾ ਪਰਮਾਤਮਾ ਦੇ ਨਾਲ ਮੇਲ ਹੋ ਜਾਂਦਾ। ਚੌਥੇ ਪਹਿਰੇ ਰੈਣ ਕੈ ਵਣਜਾਰੇ ਮਿੱਤਰਾ, ਹਰ ਚੱਲਣ ਵੇਲਾ ਆਦੀ। ਕਰ ਸੇਵੋ ਪੂਰਾ ਸਤਿਗੁਰੂ, ਵਣਜਾਰੇ ਮਿੱਤਰਾ, ਸਭ ਚੱਲੀ ਰਹਿਣ ਵਿਹਾਦੀ। ਕਹਿੰਦੇ ਚੌਥੇ ਪਹਿਰ, ਜ਼ਿੰਦਗੀ ਦਾ ਚੌਥਾ ਪਹਿਰ ਜਦੋਂ ਬੁਢਾਪਾ ਆ ਜਾਂਦਾ, ਕਹਿੰਦੇ ਫਿਰ ਹਰੀ ਪਰਮਾਤਮਾ ਕਹਿੰਦੇ ਜਿਹੜਾ ਹੈਗਾ ਇੱਥੋਂ ਜਾਣ ਵਾਲਾ ਟਾਈਮ ਉਹਨੂੰ ਨੇੜੇ ਲੈ ਆਉਂਦਾ। ਫਿਰ ਕਹਿੰਦੇ ਵੀ ਪੂਰੇ ਸਤਿਗੁਰ ਦੀ ਕਹਿੰਦੇ ਸ਼ਰਨ ਦੇ ਵਿੱਚ ਪੈ, ਕਹਿੰਦੇ ਤੇਰੀ ਇਹ ਜ਼ਿੰਦਗੀ ਦੀ ਜਿਹੜੀ ਹੈਗੀ ਆ ਇਹ ਰਾਤ ਇਹ ਬੀਤਦੀ ਜਾਂਦੀ ਆ। ਹੇ ਮੇਰੇ ਮਿੱਤਰ ਵਣਜਾਰੇ, ਕਹਿੰਦੇ ਜਿਹੜੀ ਜ਼ਿੰਦਗੀ ਰੂਪੀ ਰਾਤ ਆ ਇਹ ਬੀਤ ਚੱਲੀ, ਸਤਿਗੁਰ ਦੀ ਸ਼ਰਨ ਪੈ ਤੇ ਪਰਮਾਤਮਾ ਦਾ ਨਾਂ ਜਪ। ਹਰ ਸੇਵੋ ਖਿਨ ਖਿਨ ਢਿੱਲ ਮੂਲ ਨ ਕਰਿਓ, ਜਿਤ ਅਸਥਰ ਜੁਗ ਜੁਗ ਹੋਵੋ। ਹਰ ਸੇਤੀ ਸਦ ਮਾਣੋ ਰਲੀਆਂ, ਜਨਮ ਮਰਨ ਦੁੱਖ ਖੋਵੋ। ਕਹਿੰਦੇ ਹੇ ਜੀਵ ਢਿੱਲ ਨਾ ਕਰ, ਕਹਿੰਦੇ ਉਸ ਪਰਮਾਤਮਾ ਦਾ ਕਹਿੰਦੇ ਨਾਂ ਲੈ, ਜਿਹਦਾ ਨਾਂ ਲੈਣ ਦੇ ਕਰਕੇ ਵੀ ਤੂੰ ਜੁਗੋ ਜੁਗ ਅਟਲ ਹੋ ਜਾਏਗਾ, ਕਿ ਫਿਰ ਤੈਨੂੰ ਜਿਹੜਾ ਜਨਮ ਮਰਨ ਦਾ ਚੱਕਰ ਨਹੀਂ ਪਊਗਾ ਤੇ ਸਦਾ ਪਰਮਾਤਮਾ ਦੇ ਚਰਨਾਂ ਵਿੱਚ ਤੇਰਾ ਨਿਵਾਸ ਬਣਿਆ ਰਹੂਗਾ, ਆਨੰਦ ਬਣਿਆ ਰਹੂਗਾ ਤੇ ਤੂੰ ਪਰਮਾਤਮਾ ਦੇ ਨਿਜ ਘਰ ਦੇ ਵਿੱਚ ਟਿਕਿਆ ਰਹੇਗਾ। ਗੁਰ ਸਤਿਗੁਰ ਸੁਆਮੀ ਭੇਦ ਨ ਜਾਣੋ, ਜਿਤ ਮਿਲ ਹਰ ਭਗਤ ਸੁਖਾਂਦੀ। ਕਹਿੰਦੇ ਗੁਰੂ ਤੇ ਸਤਿਗੁਰ ਸੁਆਮੀ ਪਰਮਾਤਮਾ ਤੇ ਗੁਰੂ ਦੇ ਵਿੱਚ ਕਹਿੰਦੇ ਕੋਈ ਅੰਤਰ ਨਾ ਜਾਣੋ, ਜਿਨ੍ਹਾਂ ਨੂੰ ਮਿਲ ਕੇ ਕਹਿੰਦੇ ਭਗਤੀ ਕਰਨੀ ਮਨ ਨੂੰ ਚੰਗੀ ਲੱਗਦੀ ਆ। ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ, ਸਫਲਿਓ ਰਹਿਣ ਭਗਤਾਂ ਦੀ। ਕਹਿੰਦੇ ਜਿਹੜਾ ਚੌਥਾ ਪਹਿਰ ਕਹਿੰਦੇ ਜੀਵਨ ਦਾ, ਕਹਿੰਦੇ ਉਹ ਕਿਹਦਾ ਸਫਲਾ ਹੋ ਜਾਂਦਾ? ਭਗਤਾਂ ਦਾ। ਕਹਿੰਦੇ ਭਗਤ ਨੇ ਜੋ ਸਾਰੇ ਪਹਿਰਾਂ ਦੇ ਵਿੱਚ
ਪਰਮਾਤਮਾ ਦਾ ਨਾਂ ਜਪਦੇ ਰਹਿੰਦੇ ਨੇ, ਅਤੇ ਦੂਸਰੇ ਪ੍ਰਾਣੀ ਤਾਂ ਦੱਸੇ ਨੇ ਕਿ ਵੀ ਨਹੀਂ ਉਹ ਜਪਦੇ ਨਹੀਂ ਹੈਗੇ, ਫਿਰ ਚੌਥਾ ਪਹਿਰ ਉਹਨਾਂ ਦਾ ਔਖਾ ਹੋ ਜਾਂਦਾ। ਪਰ ਜਿਹੜੇ ਭਗਤ ਨੇ ਉਹ ਸਾਰੇ ਹੀ ਪਹਿਰ ਪਰਮਾਤਮਾ ਦਾ ਨਾਂ ਲੈਂਦੇ ਨੇ, ਫਿਰ ਜਿਹੜਾ ਉਹਨਾਂ ਦਾ ਚੌਥਾ ਪਹਿਰ ਆ ਫਿਰ ਉਹਨਾਂ ਦਾ ਸਫਲ ਹੋ ਜਾਂਦਾ। ਫਿਰ ਉਹ ਇੱਥੋਂ ਲੋਕ ਵਿੱਚ ਵੀ ਸੁਖੀ ਅਤੇ ਪਰਲੋਕ ਵਿੱਚ ਵੀ ਸੁਖੀ ਹੁੰਦੇ ਨੇ, ਸਫਲ ਹੋ ਕੇ ਜਾਂਦੀ ਹੈ ਉਹਨਾਂ ਦੀ ਜਿਹੜੀ ਜ਼ਿੰਦਗੀ ਹੈਗੀ ਆ। ਵਾਹਿਗੁਰੂ ਜੀ ਵਾਹਿਗੁਰੂ। ਸ੍ਰੀ ਰਾਗ ਮਹੱਲਾ ਪੰਜਵਾਂ। ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਤਰ ਪਾਇਤਾ ਉਦਰੈ ਮਾਹੇ। ਹਾਂਜੀ, ਹੁਣ ਪੰਚਮ ਪਾਤਸ਼ਾਹ ਵੀ ਜਿਸ ਤਰ੍ਹਾਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਨੇ, ਗੁਰੂ ਰਾਮਦਾਸ ਜੀ ਨੇ ਆਪਾਂ ਨੂੰ ਦੱਸਿਆ, ਇਸ ਤਰ੍ਹਾਂ ਪੰਚਮ ਪਾਤਸ਼ਾਹ ਵੀ ਦੱਸ ਰਹੇ ਨੇ ਕਿ ਜ਼ਿੰਦਗੀ ਦੇ ਪਹਿਲੇ ਪਹਿਰ ਮਾਤਾ ਦੇ ਉਦਰ ਦੇ ਵਿੱਚ ਬੱਚੇ ਦਾ ਨਿਵਾਸ ਹੁੰਦਾ। ਦਸੀ ਮਾਸੀ ਮਾਨਸ ਕੀਆ ਵਣਜਾਰਿਆ ਮਿੱਤਰਾ, ਕਰ ਮੁਹਲਤ ਕਰਮ ਕਮਾਹੇ। ਫਿਰ 10 ਮਹੀਨਿਆਂ ਦੇ ਵਿੱਚ ਕਹਿੰਦੇ ਵੀ ਉਹਦੀ ਪੂਰੀ ਸਾਬਤ ਸੂਰਤ ਬਣ ਜਾਂਦੀ ਆ। ਫਿਰ ਪਰਮਾਤਮਾ ਉਹਦੇ ਜਿਹੜੇ ਸਾਹ ਨੇ, ਜਿਹੜਾ ਉਹਦਾ ਸਮਾਂ ਉਹ ਲਿਖ ਕੇ ਅਤੇ ਉਹਦੇ ਕਰਮ ਲਿਖ ਕੇ ਫਿਰ ਉਹ ਮਤਲਬ ਬੱਚਾ ਇੱਥੇ ਧਰਤੀ 'ਤੇ ਆ ਜਾਂਦਾ। ਮੁਹਲਤ ਕਰ ਦੀਨੀ ਕਰਮ ਕਮਾਣੇ, ਜੈਸਾ ਲਿਖਤ ਤੁਰ ਪਾਇਆ। ਫਿਰ ਕਹਿੰਦੇ ਜਦੋਂ ਬੱਚੇ ਦਾ ਜਨਮ ਹੁੰਦਾ ਵੀ ਉਹਦੇ ਜਿਹੜੇ ਹੁੰਦੇ ਨੇ ਸਾਹ ਲਿਖੇ ਹੁੰਦੇ ਨੇ, ਫਿਰ ਉਹਦੇ 'ਤੇ ਲਿਖਿਆ ਹੁੰਦਾ ਉਹਦੇ ਪੁਰਾਣੇ ਆਪਣੇ ਪੂਰਵਲੇ ਕਰਮਾਂ ਦੇ ਹਿਸਾਬ ਨਾਲ ਮਸਤਕ ਦੇ ਉੱਪਰ ਲੇਖਾ ਲਿਖਿਆ ਹੁੰਦਾ ਵੀ ਇਹਨੇ ਕਿਹੋ ਜਿਹੇ ਕਰਮ ਕਰਨੇ ਨੇ ਆਪਣੇ ਪਿਛਲੇ ਸੰਸਕਾਰਾਂ ਦੇ ਹਿਸਾਬ ਨਾਲ। ਮਾਤ ਪਿਤਾ ਭਾਈ ਸੁਤ ਬਨਿਤਾ, ਤਿਨ ਭੀਤਰ ਪ੍ਰਭੂ ਸੰਜੋਇਆ। ਫਿਰ ਪਰਮਾਤਮਾ ਹੀ ਉਸ ਬੱਚੇ ਦਾ ਪਿਆਰ, ਮਾਤਾ ਪਿਤਾ ਭਾਈ ਅਤੇ ਵੱਡਾ ਹੋ ਕੇ ਫਿਰ ਪੁੱਤਰ ਇਸਤਰੀ ਸਾਰਿਆਂ ਦਾ ਪਿਆਰ ਪਰਮਾਤਮਾ ਨੇ ਉਹਦੇ ਨਾਲ ਪਾਇਆ ਹੁੰਦਾ। ਕਰਮ ਸੁਕਰਮ ਕਰਾਏ ਆਪੇ, ਇਸ ਜੰਤੈ ਵਸ ਕਿਛ ਨਾਹੀਂ। ਫਿਰ ਕਹਿੰਦੇ ਵੀ ਇਸ ਜੀਵ ਦੇ ਹੱਥ ਵੱਸ ਕੁਛ ਨਹੀਂ, ਚੰਗੇ ਕਰਮ ਵੀ ਅਤੇ ਮਾੜੇ ਕਰਮ ਵੀ ਜੀਵ ਪਰਮਾਤਮਾ ਵੱਲੋਂ ਪ੍ਰੇਰਿਆ ਹੋਇਆ ਹੀ ਕਰਦਾ। ਉਹ ਅਸਲ ਦੇ ਵਿੱਚ ਜਿਹੜੇ ਕਰਮ ਨੇ ਉਹ ਜੀਵ ਦੇ ਪਿਛਲੇ ਸੰਸਕਾਰਾਂ ਦੇ ਹਿਸਾਬ ਨਾਲ ਪਰਮਾਤਮਾ ਵੱਲੋਂ ਲਿਖੇ ਜਾਂਦੇ ਨੇ। ਜੇ ਪਿਛਲੇ ਸੰਸਕਾਰ ਚੰਗੇ ਨਹੀਂ ਸੀ ਫਿਰ ਹੁਣ ਵਾਲੇ ਵੀ ਚੰਗੇ ਨਹੀਂ ਗੇ। ਪਰ ਜਦੋਂ ਉਹ ਜੀਵ ਸਤਿਗੁਰ ਦੀ ਸ਼ਰਨ ਪੈ ਕੇ ਪਰਮਾਤਮਾ ਦੇ ਨਾਮ ਦੀ ਕਮਾਈ ਕਰਦਾ ਤਾਂ ਫਿਰ ਜਿਹੜੇ ਉਹਦੇ ਪਿਛਲੇ ਪੁਰਾਣੇ ਸੰਸਕਾਰ ਮਾੜੇ ਨੇ ਉਹ ਕੱਟੇ ਜਾਂਦੇ ਨੇ, ਅੱਗੇ ਤੋਂ ਚੰਗੇ ਸੰਸਕਾਰ ਬਣਨੇ ਸ਼ੁਰੂ ਹੁੰਦੇ ਨੇ। ਤਾਂ ਹੀ ਪਿੱਛੇ ਰਾਮਦਾਸ ਗੁਰੂ ਜੀ ਕਹਿੰਦੇ ਨੇ ਕਿ ਗੁਰ ਸਤਿਗੁਰ ਸੁਆਮੀ ਭੇਦ ਨਾ ਜਾਣੋ, ਜਿਤ ਮਿਲ ਹਰ ਭਗਤ ਸੁਖਾਂਦੀ। ਕਹਿੰਦੇ ਵੀ ਉਸ ਗੁਰੂ ਅਤੇ ਪਰਮਾਤਮਾ ਦੇ ਵਿੱਚ ਭੇਦ ਨਾ ਜਾਣੋ, ਵੀ ਜਿਸ ਗੁਰੂ ਦੀ ਸ਼ਰਨ ਪਿਆ ਹਰੀ ਦੀ ਭਗਤੀ ਪਿਆਰੀ ਲੱਗਦੀ ਆ। ਫਿਰ ਹਰੀ ਦੀ ਭਗਤੀ ਪਿਆਰੀ ਲੱਗਣ ਦੇ ਨਾਲ ਕੀ ਹੁੰਦਾ, ਫਿਰ ਉਹ ਪੁਰਾਣੇ ਜਿਹੜੇ ਪੂਰਬਲੇ ਸੰਸਕਾਰ ਮਾੜੇ ਨੇ ਉਹ ਲਿਖੇ ਹੋਏ ਹਰੀ ਕੱਟ ਦਿੰਦਾ, ਅੱਗੇ ਤੋਂ ਚੰਗੇ ਬਣਨੇ ਸ਼ੁਰੂ ਹੋ ਜਾਂਦੇ ਨੇ। ਵਾਹਿਗੁਰੂ ਜੀ ਵਾਹਿਗੁਰੂ। ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ, ਧਰ ਪਾਇਤਾ ਉਦਰੈ ਮਾਹੇ। ਕਹਿੰਦੇ ਪਹਿਲੇ ਪਹਿਰ ਦੇ ਵਿੱਚ ਮਾਤਾ ਦੇ ਗਰਭ ਦੇ ਵਿੱਚ ਬੱਚੇ ਦੀ ਸ਼ੁਰੂਆਤ ਹੁੰਦੀ ਆ। ਦੂਜੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਪਰ ਜਵਾਨੀ ਲਹਿਰੀ ਦੇ। ਫਿਰ ਜ਼ਿੰਦਗੀ ਦੇ ਦੂਜੇ ਪਹਿਰ ਕਹਿੰਦੇ ਕੀ ਆ, ਫਿਰ ਜੋਬਨ ਦੀ ਕਹਿੰਦੇ ਜੋਬਨ ਪੂਰੇ ਲਹਿਰਾਂ 'ਤੇ ਹੁੰਦਾ। ਬੁਰਾ ਭਲਾ ਨਾ ਪਛਾਣੀ ਵਣਜਾਰਿਆ ਮਿੱਤਰਾ, ਮਨ ਮੱਤਾ ਅਹਮੇ। ਫਿਰ ਕਹਿੰਦੇ ਜਦੋਂ ਜਵਾਨੀ ਦਾ ਟਾਈਮ ਹੁੰਦਾ ਫਿਰ ਜੀਵ ਨੂੰ ਬੁਰੇ ਭਲੇ ਦੀ ਪਛਾਣ ਨਹੀਂ ਹੁੰਦੀ, ਫਿਰ ਹੰਕਾਰ ਵਿੱਚ ਆਇਆ ਕੋਈ ਵੀ ਕੰਮ ਕਰਦਾ ਫਿਰਦਾ ਆਪਣੇ ਮਨ ਦੇ ਪਿੱਛੇ ਲੱਗਿਆ। ਬੁਰਾ ਭਲਾ ਨਾ ਪਛਾਣੈ ਪ੍ਰਾਣੀ, ਆਗੈ ਪੰਥ ਕਰਾਰਾ। ਫਿਰ ਉਹਨੂੰ ਬੁਰੇ ਭਲੇ ਦੀ ਪਛਾਣ ਨਹੀਂ ਹੁੰਦੀ ਕਿਉਂਕਿ ਹੰਕਾਰ ਦੇ ਵਿੱਚ ਮਤਲਬ ਫੁੰਕਾਰੇ ਹੁੰਦੇ ਨੇ ਉਹਦੇ ਵੱਜਦੇ, ਅਤੇ ਫਿਰ ਉਹਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਵੀ ਜਿਹੜਾ ਅੱਗੇ ਪਰਲੋਕ ਦਾ ਰਸਤਾ ਵੀ ਉਹ ਬੜਾ ਮਤਲਬ ਭਿਆਨਕ ਹੈਗਾ। ਵੀ ਜੇ ਮੇਰੀ ਜ਼ਿੰਦਗੀ ਇੱਦਾਂ ਦੀ ਰਹੀ, ਜਿੱਦਾਂ ਚੰਗੇ ਕੰਮ ਕੀਤੇ ਫਿਰ ਤਾਂ ਉੱਥੇ ਬੜੀ ਪੁੱਛ ਹੈਗੀ ਆ, ਜੇ ਚੰਗੇ ਕੰਮ ਨਹੀਂ ਕੀਤੇ ਫਿਰ ਡੰਡ ਵੀ ਬਹੁਤ ਆ। ਜੇ ਉਹਦੇ ਨਾਮ ਦੀ ਕਮਾਈ ਨਹੀਂ ਹੋਈ ਫਿਰ ਤਾਂ ਪੰਥ ਕਰਾਰਾ, ਫਿਰ ਤਾਂ ਰਸਤਾ ਬੜਾ ਬਿਖੜਾ।
ਜੇ ਕਮਾਈ ਹੋਈ ਆ ਫਿਰ ਉਹੀ ਰਸਤਾ ਸੁਖਾਲਾ ਬਣ ਜਾਂਦਾ। ਜਿਸ ਤਰ੍ਹਾਂ ਇੱਕ ਜਗ੍ਹਾ 'ਤੇ ਗੁਰਬਾਣੀ 'ਚ ਕਬੀਰ ਜੀ ਵੀ ਕਹਿੰਦੇ ਨੇ ਨਾ ਵੀ ਜਿਹੜਾ ਉਹ ਰਸਤਾ ਕਹਿੰਦੇ ਵੀ ਉਹ ਬੜਾ ਰਾਈ ਵਰਗਾ, ਪਰ ਜੇ ਮਤਲਬ ਅਸੀਂ ਉਹਦੇ ਵਿੱਚੋਂ ਦੀ ਲੰਘਣਾ ਬੜਾ ਮੁਸ਼ਕਿਲ ਆ। ਪਰ ਜਦ ਕਹਿੰਦੇ ਵੀ ਜੇ ਪਰਮਾਤਮਾ ਦੇ ਨਾਮ ਦੀ ਕਮਾਈ ਕੀਤੀ ਆ ਫਿਰ ਕਹਿੰਦੇ ਉਹ ਹਾਥੀ ਵਰਗਾ ਵੱਡਾ ਵੀ ਬਣ ਸਕਦਾ, ਨਿਕਲਣਾ ਸੌਖਾ ਵੀ ਹੋ ਸਕਦਾ। ਵਾਹਿਗੁਰੂ ਜੀ ਵਾਹਿਗੁਰੂ। ਬੁਰਾ ਸਤਿਗੁਰ ਵਾਹਿਗੁਰੂ ਵਾਹਿਗੁਰੂ। ਪੂਰਾ ਸਤਿਗੁਰ ਕਭੂ ਨਾ ਸੇਵਿਆ, ਸਿਰ ਠਾਡੇ ਜਮ ਦੰਦਾਰਾ। ਬੁਰਾ ਭਲਾ ਨਾ ਪਛਾਣੈ ਪ੍ਰਾਣੀ, ਆਗੈ ਪੰਥ ਕਰਾਰਾ। ਪੂਰਾ ਸਤਿਗੁਰ ਕਭੂ ਨਾ ਸੇਵਿਆ, ਸਿਰ ਠਾਡੇ ਜਮ ਦੰਦਾਰਾ। ਕਹਿੰਦੇ ਵੀ ਜੇ ਜੀਵ ਨੇ ਪੂਰੇ ਸਤਿਗੁਰ ਦੀ ਸ਼ਰਨ ਨਹੀਂ ਲਈ, ਪਰਮਾਤਮਾ ਦਾ ਨਾਂ ਨਹੀਂ ਜਪਿਆ, ਫਿਰ ਕਹਿੰਦੇ ਜਿਹੜਾ ਜਮ ਆ ਉਹ ਵੀ ਬੜਾ ਡਾਢਾ ਕਹਿੰਦੇ ਫਿਰ ਉਹਦੇ ਜਿਹੜਾ ਸੋਟਾ ਉਹ ਵੀ ਬਹੁਤ ਭਾਰਾ ਹੈਗਾ, ਸਿਰ 'ਤੇ ਖੜਾ ਹੋ ਜੀਵ ਦੇ। ਧਰਮ ਰਾਏ ਜਬ ਪਕਰਸ ਬਬਰੇ, ਤਬ ਕਿਆ ਜਵਾਬ ਕਰੇ। ਕਹਿੰਦੇ ਇਹ ਜੀਵ ਜੀ ਕਹਿੰਦੇ ਵੀ ਜੇ ਹੁਣ ਤੂੰ ਪਰਮਾਤਮਾ ਦੀ ਭਗਤੀ ਨਹੀਂ ਕਰ ਰਿਹਾ, ਜਦੋਂ ਕਹਿੰਦੇ ਵੀ ਧਰਮ ਰਾਏ ਨੇ ਤੈਨੂੰ ਫੜਿਆ, ਧਰਮ ਰਾਏ ਦੇ ਨਾਲ ਤੇਰਾ ਵਾਹ ਵਾਸਤਾ ਪਿਆ, ਤਾਂ ਫਿਰ ਉਹਨੂੰ ਆਪਣੇ ਜਿਹੜੇ ਕੀਤੇ ਕੰਮ ਨੇ ਉਹਨਾਂ ਬਾਰੇ ਕੀ ਜਵਾਬ ਦੇਂਗਾ। ਕਹੋ ਨਾਨਕ ਦੂਜੈ ਪਹਿਰੇ ਪ੍ਰਾਣੀ, ਪਰ ਜੋਬਨ ਲਹਿਰੀ ਦੇ। ਤੀਜੇ ਪਹਿਰੇ ਰਹਿਣ ਕੇ ਵਣਜਾਰੇ ਮਿੱਤਰਾ, ਬਿਖ ਸੰਚੈ ਅੰਧ ਅਗਿਆਨ। ਫਿਰ ਕਹਿੰਦੇ ਜੀਵਨ ਰੂਪੀ ਜਿਹੜੀ ਰਾਤ ਦਾ ਤੀਜਾ ਪਹਿਰ ਆ ਜਾਂਦਾ, ਫਿਰ ਕਹਿੰਦੇ ਜੀਵ ਕੀ ਕਰਦਾ, ਫਿਰ ਕਹਿੰਦੇ ਜੀਵ ਬਿਖ ਸੰਚੈ ਅੰਧ ਅਗਿਆਨ। ਕਹਿੰਦੇ ਗਿਆਨ ਵੱਲੋਂ ਤਾਂ ਸੱਖਣਾ ਹੁੰਦਾ, ਕਹਿੰਦੇ ਫਿਰ ਜਿੱਦਾਂ ਜਿਹੜੀ ਹੈਗੀ ਮਾਇਆ ਜਿਹੜੀ ਝੂਠੀ ਆ ਉਹਨੂੰ ਇਕੱਠਾ ਕਰਦਾ, ਉਹ ਜ਼ਹਿਰ ਵਰਗੀ ਹੈਗੀ ਆ। ਪੁੱਤਰ ਕਲੱਤਰ ਮੋਹੇ ਲਪਟਿਆ, ਵਣਜਾਰਿਆ ਮਿੱਤਰਾ, ਅੰਤਰ ਲਹਿਰ ਲੁਬਾਨ। ਫਿਰ ਜੇ ਕਹਿੰਦੇ ਜੇ ਇਹ ਵਣਜਾਰਿਆ ਮਿੱਤਰਾ ਤੀਜੇ ਪਹਿਰ ਅੰਦਰ ਤੇਰੇ ਕਹਿੰਦੇ ਲੋਭ ਹੁੰਦਾ, ਫਿਰ ਕਹਿੰਦੇ ਤੂੰ ਪੁੱਤਰ ਇਸਤਰੀ ਉਹਨਾਂ ਦੇ ਮੋਹ ਦੇ ਵਿੱਚ ਲਿਪਟਿਆ ਹੁੰਨਾ। ਅੰਤਰ ਲਹਿਰ ਲੁਬਾਨ ਪ੍ਰਾਣੀ, ਸੋ ਪ੍ਰਭ ਚਿੱਤ ਨ ਆਵੈ। ਕਹਿੰਦੇ ਅੰਦਰ ਜਦੋਂ ਜੀਵ ਦੇ ਲੋਭ ਦੀ ਲਹਿਰ ਚੱਲ ਰਹੀ ਹੁੰਦੀ ਆ ਤਾਂ ਫਿਰ ਕਹਿੰਦੇ ਉਹਨੂੰ ਪਰਮਾਤਮਾ ਨਹੀਂ ਯਾਦ ਆਉਂਦਾ। ਸਾਧ ਸੰਗਤ ਸਿਉ ਸੰਗ ਨ ਕੀਆ, ਬਹੁ ਜੋਨੀ ਦੁੱਖ ਪਾਵੈ। ਕਦੇ ਸਾਧੂ ਦਾ ਸੰਗ ਨਹੀਂ ਕੀਤਾ, ਪਰਮਾਤਮਾ ਦਾ ਨਾਮ ਨਹੀਂ ਜਪਿਆ ਹੈਗਾ, ਫਿਰ ਕਹਿੰਦੇ ਬਹੁਤੀਆਂ ਜੂਨਾਂ ਦੇ ਵਿੱਚ ਪੈਣ ਦਾ ਦੁੱਖ ਪਾਉਂਦਾ। ਸਿਰਜਣਹਾਰ ਵਿਸਾਰਿਆ ਸੁਆਮੀ, ਇੱਕ ਨਿਮਖ ਨ ਲੱਗੋ ਧਿਆਨ। ਕਹਿੰਦੇ ਉਹ ਪਰਮਾਤਮਾ ਜਿਹਨੇ ਤੈਨੂੰ ਸਿਰਜਿਆ ਅਤੇ ਇੱਥੇ ਤੈਨੂੰ ਦੁਨੀਆ ਦੇ ਵਿੱਚ ਲਿਆਂਦਾ, ਕਹਿੰਦੇ ਉਹਦਾ ਇੱਕ ਨਿਮਖ ਲਈ, ਇੱਕ ਅੱਖ ਝਮਕਣ ਜਿੰਨੇ ਟਾਈਮ ਦੇ ਲਈ ਵੀ ਤੂੰ ਉਹਦੇ ਵਿੱਚ ਸੁਰਤ ਨਹੀਂ ਲਾਈ ਹੈਗੀ। ਕਹੋ ਨਾਨਕ ਪ੍ਰਾਣੀ ਤੀਜੇ ਪਹਿਰੇ, ਬਿਖ ਸੰਚੇ ਅੰਧ ਅਗਿਆਨ। ਕਹਿੰਦੇ ਤੀਜੇ ਪਹਿਰ ਦੇ ਵਿੱਚ ਜੀਵ ਜਿਹੜੀ ਹੈਗੀ ਆ ਮਾਇਆ ਬਿਖ ਉਹਨੂੰ ਹੀ ਇਕੱਠੀ ਕਰਦਾ ਅਤੇ ਆਪਣੇ ਜਿਹੜੀ ਪਰਮਾਤਮਾ ਦੇ ਨਾਮ ਦੇ ਬਾਰੇ ਕੋਈ ਗਿਆਨ ਨਹੀਂ ਹੁੰਦਾ, ਗਿਆਨ ਤੋਂ ਸੱਖਣਾ ਹੁੰਦਾ ਇਸ ਪਾਸੇ ਵੱਲੋਂ। ਚੌਥੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਦਿਨ ਨੇੜੇ ਆਇਆ ਸੋਏ। ਫਿਰ ਕਹਿੰਦੇ ਉਹ ਦਿਨ ਨੇੜੇ ਆ ਗਿਆ, ਚੌਥਾ ਪਹਿਰ, ਜਦੋਂ ਇੱਥੋਂ ਜਾਣ ਦਾ ਟਾਈਮ ਹੋ ਜਾਣਾ। ਗੁਰਮੁਖ ਨਾਮ ਸਮਾਲ ਤੂੰ ਵਣਜਾਰਿਆ ਮਿੱਤਰਾ, ਤੇਰਾ ਦਰਗਹਿ ਬੇਲੀ ਹੋਏ। ਫਿਰ ਕਹਿੰਦੇ ਹੇ ਵਣਜਾਰਿਆ ਮਿੱਤਰਾ, ਕਹਿੰਦੇ ਤੂੰ ਗੁਰੂ ਦੇ ਸਨਮੁਖ ਹੋ ਕੇ ਉਸ ਪਰਮਾਤਮਾ ਦਾ ਨਾਂ ਹਿਰਦੇ ਵਿੱਚ ਵਸਾ, ਜਿਹੜਾ ਉਸ ਦਰਗਾਹ ਦੇ ਵਿੱਚ ਤੇਰਾ ਮਿੱਤਰ ਬਣੇ। ਗੁਰਮੁਖ ਨਾਮ ਸਮਾਲ ਪ੍ਰਾਣੀ, ਅੰਤੇ ਹੋਏ ਸਖਾਈ। ਕਹਿੰਦੇ ਗੁਰੂ ਦੀ ਸ਼ਰਨ ਪੈ ਕੇ ਉਸ ਪਰਮਾਤਮਾ ਦਾ ਨਾਂ ਲੈ, ਜਿਹੜਾ ਤੇਰੇ ਸਹਾਈ ਹੋਵੇਗਾ ਅੰਤ ਵਿੱਚ, ਜਦੋਂ ਲੇਖਾ ਮੰਗਿਆ ਜਾਣਾ। ਇਹ ਮੋਹ ਮਾਇਆ ਤੇਰੇ ਸੰਗ ਨਾ ਚਾਲੈ, ਝੂਠੀ ਪ੍ਰੀਤ ਲਗਾਈ। ਕਹਿੰਦੇ ਜਿਹੜੀ ਇਹ ਮੋਹ ਮਾਇਆ ਹੈਗੀ ਆ ਸੰਸਾਰ ਵਾਲੀ, ਇਹ ਤਾਂ ਕਹਿੰਦੇ ਝੂਠੀ ਪ੍ਰੀਤ ਆ,
ਜਿਹੜੀ ਟੁੱਟ ਜਾਣੀ ਆ। ਸੱਚੀ ਤਾਂ ਉਹੀ ਹੈ ਜਿਹੜੀ ਕਦੇ ਵੀ ਨਾ ਟੁੱਟੇ। ਇਹ ਤਾਂ ਇੱਥੇ ਤੱਕ ਹੀ ਆ, ਜਦੋਂ ਸਵਾਸ ਨਿਕਲੇ ਪ੍ਰੀਤ ਸਾਰੀ ਟੁੱਟ ਗਈ। ਸਗਲੀ ਰੈਣ ਗੁਦਰੀ ਅੰਧਿਆਰੀ, ਸੇਵ ਸਤਿਗੁਰ ਚਾਨਣ ਹੋਏ। ਕਹਿੰਦੇ ਸਾਰੀ ਤੂੰ ਜਿਹੜੀ ਇਹ ਜੀਵਨ ਰੂਪੀ ਰਾਤ ਸੀਗੀ ਹਨੇਰੇ ਵਿੱਚ ਹੀ ਕੱਟ ਲਈ। ਹੁਣ ਕਹਿੰਦੇ ਉਹ ਸਤਿਗੁਰ ਦੀ ਸ਼ਰਨ ਪੈ ਜਾ ਤਾਂ ਤੈਨੂੰ ਪਰਮਾਤਮਾ ਦੇ ਨਾਮ ਦਾ ਚਾਨਣ ਹੋ ਜਾਏ। ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ, ਦਿਨ ਨੇੜੇ ਆਇਆ ਸੋਏ। ਲਿਖਿਆ ਆਇਆ ਗੋਬਿੰਦ ਕਾ ਵਣਜਾਰਿਆ ਮਿੱਤਰਾ, ਉੱਠ ਚੱਲੇ ਕਮਾਣਾ ਸਾਥ। ਫਿਰ ਕਹਿੰਦੇ ਉਹ ਪਰਮਾਤਮਾ ਦਾ ਲਿਖਿਆ ਹੋਇਆ ਪਰਵਾਨਾ ਆ ਪਹੁੰਚਿਆ ਵਣਜਾਰਿਆ ਮਿੱਤਰਾ। ਹੁਣ ਕਹਿੰਦੇ ਵੀ ਜਿਹੜੇ ਤੂੰ ਨਾਲ ਕਰਮ ਕੀਤੇ ਨੇ ਉਹਨਾਂ ਨੇ ਤੇਰੇ ਨਾਲ ਜਾਣਾ, ਉਹ ਨਾਲ ਜਾਣਗੇ। ਇੱਕ ਰੱਤੀ ਬਿਲਮ ਨ ਦੇਵਨੀ, ਵਣਜਾਰਿਆ ਮਿੱਤਰਾ, ਓਨੀ ਤਕੜੇ ਪਾਏ ਹਾਥ। ਕਹਿੰਦੇ ਜਿਹੜੇ ਜਮ ਨੇ ਉਹਨਾਂ ਨੇ ਚੰਗੀ ਤਰ੍ਹਾਂ ਕੱਸ ਕੇ ਹੱਥ ਪਾਏ ਹੋਏ ਨੇ। ਉਹਨਾਂ ਨੇ ਇੱਕ ਰੱਤਾ ਜਿੰਨਾ ਟਾਈਮ ਨਹੀਂ ਦੇਣਾ ਹੈਗਾ ਢਿੱਲ ਮੱਠ ਕਰਨ ਦਾ। ਜਦੋਂ ਪਰਵਾਨਾ ਆਇਆ ਉਸੇ ਟਾਈਮ ਨਾਲ ਉੱਠ ਕੇ ਤੁਰਨਾ ਪੈਣਾ। ਹੁਕਮ ਆਇਆ ਜਦੋਂ ਉਸ ਪਰਮਾਤਮਾ ਦਾ। ਲਿਖਿਆ ਆਇਆ ਪਕੜ ਚਲਾਇਆ, ਮਨਮੁਖ ਸਦਾ ਦੁਹੇਲੇ। ਫਿਰ ਕਹਿੰਦੇ ਜਦੋਂ ਪਰਮਾਤਮਾ ਦਾ ਲਿਖਿਆ ਹੁਕਮ ਆ ਜਾਂਦਾ, ਜਮ ਕਹਿੰਦੇ ਪਕੜ ਕੇ ਲੈ ਕੇ ਜਾਂਦੇ ਨੇ। ਜਿਹੜੇ ਮਨਮੁਖ ਨੇ ਆਪਦੇ ਮਨ ਦੇ ਪਿੱਛੇ ਚੱਲਣ ਵਾਲੇ, ਕਹਿੰਦੇ ਉਹ ਸਦਾ ਦੁਖੀ ਹੁੰਦੇ ਨੇ। ਕਿਉਂ? ਕਿਉਂਕਿ ਪਰਮਾਤਮਾ ਦਾ ਨਾਮ ਤਾਂ ਸਿਮਰਿਆ ਹੀ ਨਹੀਂ ਕਦੇ, ਮਾਇਆ ਦੇ ਪਿੱਛੇ ਲੱਗੇ ਰਹੇ ਨੇ। ਮਾਇਆ ਝੂਠੀ ਆ, ਇੱਥੇ ਰਹਿ ਜਾਣੀ ਆ। ਨਾਮ ਸਿਖਾਈ ਹੋਣਾ ਸੀ ਪਰਮਾਤਮਾ ਦਾ, ਉਹ ਨਾਲ ਬੰਨਿਆ ਹੀ ਨਹੀਂਗਾ। ਜਿਨੀ ਪੂਰਾ ਸਤਿਗੁਰ ਸੇਵਿਆ, ਸੇ ਦਰਗਹਿ ਸਦਾ ਸੁਹੇਲੇ। ਕਹਿੰਦੇ ਜਿਨ੍ਹਾਂ ਨੇ ਪੂਰੇ ਸਤਿਗੁਰ ਦੀ ਸ਼ਰਨ ਲਈ ਆ, ਪਰਮਾਤਮਾ ਦਾ ਨਾਂ ਲਿਆ, ਉਹ ਫਿਰ ਦਰਗਾਹ ਦੇ ਵਿੱਚ ਸੌਖੇ ਰਹਿੰਦੇ ਨੇ। ਕਰਮ ਧਰਤੀ ਸਰੀਰ ਜੁਗ, ਅੰਤਰ ਜੋ ਬੋਵੈ ਸੋ ਖਾਤ। ਕਹਿੰਦੇ ਜਿਹੜਾ ਸਾਡਾ ਸਰੀਰ ਆ ਇਹ ਕਰਮ ਬੀਜਣ ਲਈ ਧਰਤੀ ਆ। ਜਿੱਦਾਂ ਦੇ ਕੋਈ ਕਰਮ ਇਹਦੇ ਵਿੱਚ ਬੀਜੂਗਾ ਫਿਰ ਉਵੇਂ ਦੇ ਹੀ ਖਾਊਗਾ। ਜਿਸ ਤਰ੍ਹਾਂ ਦਾ ਕੋਈ ਬੀਜ ਬੀਜਦੇ ਆਪਾਂ ਉੱਦਾਂ ਦੀ ਫਸਲ ਹੁੰਦੀ ਆ ਨਾ। ਫਿਰ ਇਹ ਸਰੀਰ ਰੂਪੀ ਧਰਤੀ ਦੇ ਵਿੱਚ ਵੀ ਇਸ ਤਰ੍ਹਾਂ ਹੀ ਆ, ਪਰਮਾਤਮਾ ਨੇ ਬਣਾਇਆ। ਜਿਵੇਂ ਦੇ ਕਰਮ ਕਰਦੇ ਆ ਫਿਰ ਉੱਦਾਂ ਦਾ ਬੀਜ ਬੀਜਦੇ ਆ, ਉੱਦਾਂ ਦੀ ਫਿਰ ਖੇਤੀ ਵੱਢਦੇ ਆ। ਕਹੋ ਨਾਨਕ ਭਗਤ ਸੋਹੇ ਦਰਬਾਰੇ, ਮਨਮੁਖ ਸਦਾ ਭਵਾਤ। ਕਹਿੰਦੇ ਨਾਨਕ ਜੀ, ਕਹਿੰਦੇ ਜਿਹੜੇ ਭਗਤ ਨੇ ਉਹ ਪਰਮਾਤਮਾ ਦੇ ਦਰਬਾਰ ਵਿੱਚ ਸਦਾ ਹੀ ਸ਼ੋਭਾ ਖੱਟਦੇ ਨੇ। ਪਰ ਜੋ ਮਨ ਦੇ ਪਿੱਛੇ ਚੱਲਣ ਵਾਲੇ ਨੇ ਉਹ ਜੂਨੀਆਂ ਦੇ ਵਿੱਚ ਜਨਮ ਮਰਨ ਦੇ ਚੱਕਰ ਵਿੱਚ ਪਏ ਰਹਿੰਦੇ ਨੇ। ਹਾਂਜੀ, ਤਿੰਨੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਪਾਤਸ਼ਾਹ ਜੀ ਨੇ, ਤਿੰਨਾਂ ਪਾਤਸ਼ਾਹ ਨੇ ਬੜੇ ਮਤਲਬ ਆਪਾਂ ਨੂੰ ਸੋਹਣੇ ਢੰਗ ਨਾਲ ਸਮਝਾਇਆ ਕਿ ਹੇ ਜੀਵ ਤੂੰ ਪਰਮਾਤਮਾ ਦੀ ਭਗਤੀ ਕਰ, ਪਹਿਲੇ ਪਹਿਰ ਤੋਂ ਹੀ ਲੱਗ ਜਾ, ਅਰਦਾਸ ਕਰਕੇ ਸੱਚੇ ਪਾਤਸ਼ਾਹ ਭਗਤੀ ਦੀ ਦਾਤ ਮੇਰੇ ਝੋਲੀ ਵਿੱਚ ਪਾ, ਅਤੇ ਭਗਤੀ ਦੇ ਨਾਲ ਆਪਾਂ ਸਾਰਾ ਆਪਣਾ ਜੀਵਨ ਸੁਹੇਲਾ ਬਣਾ ਕੇ ਚੱਲੀਏ ਅਤੇ ਫਿਰ ਹੀ ਪਰਮਾਤਮਾ ਦੇ ਦਰ 'ਤੇ ਸ਼ੋਭਾ ਮਿਲਦੀ ਆ। ਹਾਂਜੀ ਸੰਗਤ ਜੀ, ਇੰਨੀ ਸੇਵਾ ਪ੍ਰਵਾਨ ਕਰਨੀ ਜੀ। ਗੁਰਬਾਣੀ ਦੀ ਵਿਚਾਰ ਕਰਦਿਆਂ ਹੋਇਆਂ ਅਨੇਕਾਂ ਅਨੇਕਾਂ ਗਲਤੀਆਂ ਭੁੱਲਾਂ ਚੁੱਕਾਂ ਮੇਰੀ ਝੋਲੀ ਪਾ ਦੇਣੀਆਂ ਜੀ। ਪਾਤਸ਼ਾਹ ਦੀ ਗੱਲ ਆਪਣੇ ਲੜ ਬੰਨ੍ਹ ਲੈਣੀ ਜੀ। ਸੱਚੇ ਪਾਤਸ਼ਾਹ ਜੀ, ਸਤਿਗੁਰੂ ਜੀ, ਪਰਮੇਸ਼ਰ ਜੀ, ਆਪ ਦੀ ਅਣਜਾਣ ਬੱਚੀ ਨੂੰ ਆਪ ਦੀ ਧੁਰਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਗਲਤੀਆਂ ਭੁੱਲਾਂ ਚੁੱਕਾਂ ਦੀ क्षमा ਦੇ ਦਿਓ ਜੀ। ਅੱਗੇ ਤੋਂ ਸਮੱਤ ਬਖਸ਼ਿਓ ਸਤਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।